ਗੁੱਡ ਮਾਰਨਿੰਗ ਸਟੂਡੈਂਟਸ। ਇਹ ਸਾਡੀ ਵੀਡੀਓ ਦੋਨਾਂ ਲਈ ਹੈ। ਕਿਹਨਾਂ ਲਈ? ETT ਸਟੂਡੈਂਟਸ ਸੈਕਿੰਡ ਤੇ ਜਿਨ੍ਹਾਂ ਨੇ ਮਾਸਟਰ ਕੈਡਰ ਹੈ ਉਸ ਦਾ ਪੇਪਰ ਦਿੱਤਾ ਉਹਨਾਂ ਲਈ ਹੈ। ਜੋ ETT ਵਾਲੇ ਬੱਚੇ ਨੇ ਉਹਨਾਂ ਦੀ ਤਾਂ ਮੈਰਿਟ ਲਿਸਟ ਆ ਹੀ ਰਹੀਆਂ ਨੇ, ਤਾਂ ਬੱਚਿਆਂ ਨੂੰ ਆਈਡੀਆ ਹੋ ਹੀ ਗਿਆ ਹੋਵੇਗਾ ਉਹਨਾਂ ਦੇ ਮਾਰਕਸ ਕਿੰਨੇ ਨੇ ਤੇ ਉਹਨਾਂ ਦੇ ਕਿੰਨੇ ਚਾਂਸ ਨੇ। ਤਾਂ ਜਿਨ੍ਹਾਂ ਦੇ 4 ਮਾਰਕਸ ਲੈਸ ਨੇ ਤਾਂ ਉਹ ਬੱਚੇ ਵੀ ਇਹ ਵੀਡੀਓ ਨੂੰ ਧਿਆਨ ਨਾਲ ਦੇਖਣ, ਜਿੰਨੀਆਂ ਵੀ ਮੈਰਿਟ ਲਿਸਟ ਆਈਆਂ ਨੇ। ਅਤੇ ਮਾਸਟਰ ਕੈਡਰ ਦੇ ਜਿਨ੍ਹਾਂ ਦੇ ਬੱਚਿਆਂ ਦੇ ਮਾਰਕਸ ਅੱਛੇ ਨੇ ਅਤੇ ਉਹਨਾਂ ਦੇ ਚਾਂਸ ਬਣਦੇ ਨੇ ਕਿ ਉਹਨਾਂ ਦੇ ਮੈਰਿਟ ਵਿੱਚ ਨੇਮ ਆ ਸਕਦਾ, ਤਾਂ ਉਹ ਬੱਚੇ ਵੀ ਜ਼ਰੂਰ ਦੇਖਣ। ਤਾਂ ਇਸ ਵੀਡੀਓ ਵਿੱਚ ਅਸੀਂ ਕੀ ਡਿਸਕਸ ਕਰਾਂਗੇ? ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਪਹਿਲਾਂ ਤਾਂ ਕੀ ਹੈ, ਜੋ ਡਾਕੂਮੈਂਟ ਹੈ ਉਹ ਕਿਹੜੇ ਚਾਹੀਦੇ ਨੇ। ਸੈਕਿੰਡ 'ਤੇ ਕਿਹੜੇ ਡਾਕੂਮੈਂਟ ਆ ਜੋ ਲੈਸ ਨੇ, ਹੈ ਨਹੀਂ ਬੱਚਿਆਂ ਕੋਲੇ ਜਾਂ ਉਹਨਾਂ ਨੂੰ ਨਹੀਂ ਚਾਹੀਦੇ। ਉਸ ਤੋਂ ਬਾਅਦ ਅਸੀਂ ਕੀ ਕਰਾਂਗੇ, ਜੋ ਪ੍ਰੋਸੈਸ ਹੈ ਉਸ ਬਾਰੇ ਡਿਸਕਸ ਕਰਾਂਗੇ। ਕੀ ਪ੍ਰੋਸੈਸ ਹੋਏਗਾ, ਮਤਲਬ ਕਾਉਂਸਲਿੰਗ ਤੋਂ ਜਾਣ ਤੋਂ ਪਹਿਲਾਂ ਉਹਨਾਂ ਨੂੰ ਕਿਸ ਪ੍ਰੋਸੈਸ ਤੋਂ ਲੰਘਣਾ ਪਏਗਾ, ਕਿ ਉਹਨਾਂ ਨੂੰ ਡਾਕੂਮੈਂਟ ਕਿਵੇਂ ਅਪਲੋਡ ਕਰਨੇ ਆ, ਕਿਸ ਤਰ੍ਹਾਂ, ਸਾਰਾ ਪ੍ਰੋਸੈਸ ਅਸੀਂ ਡਿਸਕਸ ਕਰਾਂਗੇ। ਸੈਕਿੰਡ 'ਤੇ ਅਸੀਂ ਕਰਾਂਗੇ ਜੋ ਗ੍ਰੈਜੂਏਸ਼ਨ ਦੇ BA ਦੇ ਮਾਰਕਸ ਨੇ ਉਹ ਕੱਟ ਹੋਏ ਨੇ ਜਾਂ ਨਹੀਂ, ਇਸ ਬਾਰੇ ਵੀ ਡਿਸਕਸ ਕਰਾਂਗੇ, ਕਿਉਂਕਿ ਕਾਫੀ ਬੱਚਿਆਂ ਦੇ ਸਾਨੂੰ ਇਸ ਰਿਗਾਰਡਿੰਗ ਵੀ ਜੋ ਕਮੈਂਟਸ ਨੇ ਆ ਰਹੇ ਨੇ। ਸੈਕਿੰਡ 'ਤੇ ਅਸੀਂ ਜੁਆਇਨਿੰਗ ਬਾਰੇ ਗੱਲ ਕਰਾਂਗੇ। ਬੱਚੇ ਜੁਆਇਨਿੰਗ ਦਾ ਪੁੱਛ ਰਹੇ ਨੇ, ਜੁਆਇਨਿੰਗ ਕਦ ਤੱਕ ਹੋ ਸਕਦੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ PDF ਫਾਈਲ ਆ ਜੋ ਉਹ ਕਿਸ ਤਰ੍ਹਾਂ ਅਪਲੋਡ ਕਰਨੀ ਆ। ਤਾਂ ਸਾਰੇ ਬੱਚਿਆਂ ਲਈ ਜ਼ਰੂਰੀ ਹੈ, ਜਿਨ੍ਹਾਂ ਦਾ ਨੇਮ ਆ ਗਿਆ ਜਾਂ ਨਹੀਂ ਆਇਆ, ਆ ਸਕਦਾ, ਜਾਂ ਮਾਸਟਰ ਕੈਡਰ ਦਾ ਜਿਨ੍ਹਾਂ ਨੇ ਪੇਪਰ ਦਿੱਤਾ ਹੋਇਆ, ਉਹ ਸਾਰੇ ਬੱਚਿਆਂ ਲਈ ਇਹ ਜ਼ਰੂਰੀ ਹੈ। ਸੈਕਿੰਡ ਤੋਂ ਬੱਚੇ ਇਹ ਵੀ ਪੁੱਛ ਰਹੇ ਸੀ ਕਿ 60 ਤੋਂ ਉੱਪਰ ਵਾਲੇ ਕਿਹੜੇ ਬੱਚੇ ਬੁਲਾਏ ਨੇ। ਤਾਂ ਇਹ ਚੀਜ਼ਾਂ ਵੀ ਅਸੀਂ ਸਾਰੀਆਂ ਇਸ ਵਿੱਚ ਡਿਸਕਸ ਕਰਾਂਗੇ, ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਵੈ ਘੋਸ਼ਣਾ ਪੱਤਰ ਆ ਜੋ ਉਸ ਦੀ, ਜਿਸ ਨੂੰ ਪੜਤਾਲ ਫਾਰਮ ਵੀ ਕਹਿੰਦੇ ਆ। ਤਾਂ ਉਸ ਵਿੱਚ ਕੀ ਮਤਲਬ ਬੱਚਿਆਂ ਨੇ ਫਿਲ ਕਰਨਾ, ਉਹ ਸਾਰੀ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਆਪਣੀ ਇੱਕ ਫੋਟੋ ਆ ਜੋ ਪਾਸਪੋਰਟ ਸਾਈਜ਼, ਉਹ ਅਟੈਚ ਕਰਨੀ ਆ ਅਤੇ ਉਹਨੂੰ ਸੈਲਫ ਅਟੈਸਟਡ ਕਰਨਾ। ਤਾਂ ਯਾਦ ਰੱਖਿਓ, ਜਿੰਨੇ ਵੀ ਡਾਕੂਮੈਂਟ ਲੈ ਕੇ ਜਾਓਗੇ ਅਸੀਂ ਤੁਹਾਨੂੰ ਦੱਸਾਂਗੇ, ਉਹ ਸਾਰੇ ਤੁਹਾਡੇ ਕੀ ਹੋਣੇ ਚਾਹੀਦੇ ਆ, ਸੈਲਫ ਅਟੈਸਟਡ ਹੋਣੇ ਚਾਹੀਦੇ ਨੇ। ਤਾਂ ਕਿਸੇ ਵੀ ਗਜ਼ਟਡ ਆਫਿਸਰ ਵਗੈਰਾ ਤੋਂ ਨਹੀਂ ਤੁਸੀਂ ਅਟੈਸਟਡ ਕਰਵਾਉਣੇ। ਜੇ ਕਰਵਾਏ ਹੋਏ ਆ ਤਾਂ ਕੋਈ ਪ੍ਰੋਬਲਮ ਨਹੀਂ, ਪਰ ਜੇ ਨਹੀਂ ਕਰਵਾਏ ਤਾਂ ਤੁਸੀਂ ਸੈਲਫ ਅਟੈਸਟਡ ਕਰਨੇ ਨੇ। ਤਾਂ ਉੱਥੇ ਥੋੜ੍ਹਾ ਟਾਈਮ ਲੱਗ ਜਾਂਦਾ, ਇਸ ਲਈ ਘਰੋਂ ਹੀ ਤੁਸੀਂ ਸੈਲਫ ਅਟੈਸਟਡ ਉਹਨਾਂ ਨੂੰ ਕਰਕੇ ਲੈ ਕੇ ਜਾਓ, ਆਪਣੇ ਸਾਈਨ ਕਰਕੇ ਲੈ ਕੇ ਜਾਣੇ ਹਰੇਕ ਡਾਕੂਮੈਂਟ, ਜੋ ਵੀ ਤੁਸੀਂ ਸਰਟੀਫਿਕੇਟ ਦੀ ਫੋਟੋ ਕਾਪੀ ਲੈ ਕੇ ਜਾਓਗੇ। ਸੈਕਿੰਡ 'ਤੇ ਸਭ ਤੋਂ ਪਹਿਲਾਂ ਅਸਾਮੀ ਦਾ ਨਾਂ, ਅਗਰ ETT ਆ ਤੁਹਾਡੀ ਕੀਤੀ ਹੋਈ ਤਾਂ ਤੁਸੀਂ ETT ਫਿਲ ਕਰੋਗੇ। ਅਗਰ ਮਾਸਟਰ ਕੈਡਰ ਸਾਇੰਸ ਮੈਥ ਜੋ ਵੀ ਆ ਤਾਂ ਤੁਸੀਂ ਉਹ ਨੇਮ ਇੱਥੇ ਫਿਲ ਕਰੋਗੇ। ਅਪਲਾਈ ਕਰਨ ਦਾ ਸਾਲ 2020 ਹੈ। ਰਜਿਸਟ੍ਰੇਸ਼ਨ ਨੰਬਰ ਹੈ, ਰੋਲ ਨੰਬਰ ਆਪਣਾ ਫਿਲ ਕਰਨਾ ਤੁਸੀਂ। ਜੇਕਰ ਤੁਸੀਂ ਐਜੂਕੇਸ਼ਨ ਵਲੰਟੀਅਰ ਹੋ, ਸਿੱਖਿਆ ਪ੍ਰੋਵਾਈਡਰ ਹੋ, ਤਾਂ ਯੈਸ ਫਿਲ ਕਰਕੇ ਆਪਣਾ ਤਜਰਬੇ ਦੇ ਸਾਲ ਸਮਾਂ ਫਿਲ ਕਰ ਦੇਣਾ। ਤੁਹਾਡੇ ਕੁੱਲ ਅੰਕ ਕਿੰਨੇ ਆਏ ਨੇ, ਉਚੇਰੀ ਸਿੱਖਿਆ ਦੇ ਕਿੰਨੇ ਬਣਦੇ ਨੇ, BA ਦੇ ਜੋੜ ਕੇ ਤੁਹਾਡੇ, ਅਤੇ ਤਜਰਬੇ ਦੇ ਕਿੰਨੇ ਬਣਦੇ ਨੇ, ਇਹ ਫਿਲ ਕਰ ਲੈਣਾ। ਉਸ ਤੋਂ ਬਾਅਦ ਟੋਟਲ ਅੰਕ ਕਿੰਨੇ ਬਣੇ ਨੇ ਉਹ ਫਿਲ ਕਰਨਾ ਇੱਥੇ। ਉਸ ਤੋਂ ਬਾਅਦ ਫੀਸ ਸੰਬੰਧੀ ਬੈਂਕ ਦਾ ਨਾਂ, ਰਾਸ਼ੀ, ਫੀਸ ਭਰਨ ਦੀ ਮਿਤੀ ਅਤੇ ਚਲਾਨ ਨੰਬਰ। ਤਾਂ ਕਈ ਬੱਚਿਆਂ ਕੋਲ ਕੀ ਆ, ਜੋ ਫੀਸ ਆ ਉਸ ਦੀ ਰਿਸਿਪਟ ਨਹੀਂ ਹੈ, ਤਾਂ ਰਿਸਿਪਟ ਆ ਜੋ ਮੰਗੀ ਆ ਉਹਨਾਂ ਨੇ ਡਾਕੂਮੈਂਟ ਵਿੱਚ, ਆਪਾਂ ਅੱਗੇ ਲਿਸਟ ਕਰਾਂਗੇ। ਪਰ ਕੋਈ ਇਸ਼ੂ ਨਹੀਂ, ਜੇਕਰ ਬੱਚਿਆਂ ਕੋਲ ਉਸ ਦੀ ਕੋਈ ਫੋਟੋ ਹੈ ਤਾਂ ਕੀ ਕਰਨਾ, ਉਹ ਫੋਟੋ ਦੀ ਕਲਰਡ ਕਾਪੀ ਕਢਵਾ ਲੈਣਾ। ਤਾਂ ਉਹ ਵੀ ਉੱਥੇ ਮਤਲਬ ਜਾਇਜ਼ ਮੰਨਣਗੇ, ਉਹ ਸਹੀ ਮੰਨਣਗੇ ਜੇ ਫੋਟੋ ਕਾਪੀ ਹੈਗੀ ਆ। ਸੈਕਿੰਡ 'ਤੇ ਜੇ ਫੋਟੋ ਕਾਪੀ ਵੀ ਨਹੀਂ ਬੱਚਿਆਂ ਕੋਲ, ਓਰੀਜਨਲ ਵੀ ਨਹੀਂ ਹੈ, ਤਾਂ ਕੋਈ ਵੱਡੀ ਇਸ਼ੂ ਵਾਲੀ ਗੱਲ ਨਹੀਂ। ਤੁਹਾਡਾ ਜੋ ਫੋਰਮ ਆ, ਤੁਸੀਂ ਫੋਰਮ ਦੀ ਇੱਕ ਪ੍ਰਿੰਟ ਆਊਟ ਕੱਢ ਕੇ ਲੈ ਕੇ ਜਾਣਾ। ਤਾਂ ਉਹ ਫੋਰਮ ਦਾ ਕੀ ਆ, ਉਸ ਉੱਪਰ ਫੀਸ ਕਨਫਰਮ ਹੈ, ਉਹ ਤੁਹਾਨੂੰ ਦਿਖਾਈ ਦੇਵੇਗੀ, ਅਸੀਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ। ਤਾਂ ਉਸ ਉੱਪਰ ਫੀਸ ਕਨਫਰਮ ਆ ਰਹੀ ਹੋਏਗੀ, ਤਾਂ ਕੋਈ ਵੱਡਾ ਇਸ਼ੂ ਨਹੀਂ। ਅਗਰ ਤਾਂ ਬੱਚੇ ਕੋਲ ਓਰੀਜਨਲ ਹੈ ਤਾਂ ਓਰੀਜਨਲ ਲੈ ਜਾਣਾ, ਇੱਕ ਫੋਟੋ ਕਾਪੀ ਜ਼ਰੂਰ ਆਪਣੀ ਜਾਂ ਮੋਬਾਈਲ 'ਚ ਉਸ ਦੀ ਫੋਟੋ ਜ਼ਰੂਰ ਲੈ ਕੇ ਕੋਲ ਰੱਖ ਲੈਣਾ। ਸੈਕਿੰਡ, ਜੇ ਕਿਸੇ ਕੋਲ ਪਹਿਲਾਂ ਹੀ ਫੋਟੋ ਹੀ ਹੈ, ਓਰੀਜਨਲ ਗੁੰਮ ਹੋ ਗਿਆ, ਤਾਂ ਫੋਟੋ ਕਾਪੀ ਦਾ ਇੱਕ ਕੀ ਕਢਾ ਲੈਣਾ,
ਕਲਰਡ ਕਢਵਾ ਲੈਣਾ ਤੁਸੀਂ ਪ੍ਰਿੰਟ ਆਊਟ। ਸੈਕਿੰਡ 'ਤੇ ਅਗਰ ਇਹ ਦੋਨੋਂ ਹੀ ਨਹੀਂ ਹੈ ਤਾਂ ਕੋਈ ਵੱਡੀ ਇਸ਼ੂ ਗੱਲ ਨਹੀਂ, ਜੋ ਤੁਸੀਂ ਫਾਰਮ ਪ੍ਰਿੰਟ ਆਊਟ ਕਰਕੇ ਲੈ ਕੇ ਜਾਵਾਂਗੇ ਅਸੀਂ ਤੁਹਾਨੂੰ ਦਿਖਾਵਾਂਗੇ, ਉਸ 'ਤੇ ਫੀਸ ਕਨਫਰਮੇਸ਼ਨ ਦਾ ਪਹਿਲਾਂ ਹੀ ਆ ਰਿਹਾ ਹੁੰਦਾ, ਤਾਂ ਇਹ ਕੋਈ ਵੱਡੀ ਇਸ਼ੂ ਵਾਲੀ ਗੱਲ ਨਹੀਂ। ਉਸ ਤੋਂ ਬਾਅਦ ਕੈਟੇਗਰੀ, ਤਾਂ ਤੁਸੀਂ ਕਿਹੜੀ ਕੈਟੇਗਰੀ ਨੂੰ ਬਿਲੋਂਗ ਕਰਦੇ ਹੋ ਤਾਂ ਕੈਟੇਗਰੀ ਫਿਲ ਕਰਨੀ ਹੈ, ਮਾਰਕ ਕਰਨਾ, ਜਰਨਲ ਹੈ ਤਾਂ ਜਰਨਲ, ਹੈਂਡੀਕੈਪ ਹੈ ਤਾਂ ਹੈਂਡੀਕੈਪ, ਜੋ ਵੀ ਤੁਹਾਡੀ ਆ। ਉਸ ਤੋਂ ਬਾਅਦ ਉਮੀਦਵਾਰ ਦਾ ਨੇਮ ਆ, ਪਿਤਾ ਦਾ ਨੇਮ, ਮਾਤਾ ਦਾ ਨੇਮ, ਜਨਮ ਹੈ, ਠੀਕ ਹੈ। ਤਾਂ ਇਹ ਸਾਲ, ਮਹੀਨੇ, ਦਿਨ ਇਹ ਤੁਸੀਂ ਕੱਢ ਲੈਣਾ। ਵੈਸੇ ਉੱਥੇ ਵੀ ਤੁਹਾਡੇ ਐਟ ਏ ਟਾਈਮ ਕੰਪਿਊਟਰ 'ਤੇ ਕੱਢਣਗੇ, ਪਰ ਜੇ ਬੱਚਿਆਂ ਨੂੰ ਨਹੀਂ ਕੱਢਣੇ ਆਉਂਦੇ ਕਈ ਵਾਰੀ ਬੱਚੇ, ਤਾਂ ਤੁਸੀਂ ਕੀ ਕਰਨਾ, ਏਜ ਕੈਲਕੂਲੇਟਰ ਕੱਢ ਲੈਣਾ। ਕੀ ਕਰਨਾ, ਗੂਗਲ 'ਤੇ ਜਾ ਕੇ ਏਜ ਕੈਲਕੂਲੇਟਰ ਸਰਚ ਕਰਨਾ। ਸਰਚ ਕਰੋਗੇ ਤਾਂ ਤੁਹਾਡਾ ਏਜ ਆ ਜੋ ਉਹ ਆਟੋਮੈਟਿਕ ਉਹ ਕੈਲਕੂਲੇਟ ਕਰ ਦੇਗਾ। ਤਾਂ ਬਹੁਤ ਸੌਖਾ ਜਿਹਾ ਪ੍ਰੋਸੈਸ ਆ ਏਜ ਕੈਲਕੂਲੇਟ ਕਰਨ ਦਾ, ਤਾਂ ਉਹ ਤੁਹਾਨੂੰ ਅਸੀਂ ਪ੍ਰੋਸੈਸ ਵੀ ਦਿਖਾ ਦਿੰਦੇ ਹਾਂ। ਹਾਂਜੀ, ਤੁਸੀਂ ਕੀ ਕਰਨਾ, ਇਸ ਤਰ੍ਹਾਂ ਏਜ ਕੈਲਕੂਲੇਟਰ ਸਰਚ ਕਰਨਾ, ਤਾਂ ਏਜ ਕੈਲਕੂਲੇਟਰ ਉਹ ਆ ਜਾਏਗਾ। ਉਸ ਤੋਂ ਬਾਅਦ ਇੱਥੇ ਤੁਸੀਂ ਕੀ ਫਿਲ ਕਰਨਾ, ਡੇਟ ਆਫ ਬਰਥ ਤੁਹਾਡਾ ਜੋ ਵੀ ਹੈ। ਚਲੋ ਮੈਂ ਫਿਲ ਕਰ ਲੈਣਾ ਮਾਰਚ 26 ਫਿਲ ਕਰਤਾ, ਅਤੇ ਈਅਰ ਹੈ ਉਹ ਤੁਸੀਂ ਇਸ ਤਰ੍ਹਾਂ ਜਾਂ ਫਿਲ ਕਰ ਲਓ, ਮੰਨ ਲਓ 90 ਫਿਲ ਕਰ ਦਿੱਤਾ ਮੈਂ। ਤਾਂ ਅੱਜ ਦੀ ਡੇਟ 'ਤੇ ਤੁਸੀਂ ਕੈਲਕੂਲੇਟ ਕਰਨਾ, ਤਾਂ ਕੈਲਕੂਲੇਟ ਕਰੋਗੇ ਤਾਂ ਕਿੰਨਾ ਆ ਜਾਏਗਾ, ਦੇਖੋ 30 ਈਅਰ 9 ਮੰਥ 25 ਡੇ। ਤਾਂ ਤੁਸੀਂ ਇਹ ਫਿਲ ਕਰਨਾ ਫਾਰਮ ਵਿੱਚ। ਨੈਕਸਟ ਦੇਖਦੇ ਹਾਂ। ਹਾਂਜੀ, ਅਸੀਂ ਸੀਗੇ ਏਜ 'ਤੇ ਹਨ। ਉਸ ਤੋਂ ਬਾਅਦ ਸਿੱਖਿਆ ਪ੍ਰੋਵਾਈਡਰ ਦਾ ਵੇਰਵਾ ਜੋ ਸਾਰਾ ਉਹ ਫਿਲ ਕਰਨਾ, ਲਿੰਗ ਪੁਰਸ਼ ਔਰਤ, ਪੱਕਾ ਪਤਾ, ਈਮੇਲ ਐਡਰੈਸ, ਤਾਂ ਇਹ ਫਿਲ ਕਰ ਦੇਣਾ। ਤਾਂ ਉਸ ਤੋਂ ਬਾਅਦ ਅੰਗੂਠਾ ਅਤੇ ਹਸਤਾਖਰ ਇਹ ਤੁਸੀਂ ਘਰੋਂ ਹੀ ਕਰਕੇ ਲੈ ਕੇ ਜਾਓਗੇ ਤਾਂ ਵਧੀਆ, ਤਾਂ ਆਪਣੇ ਘਰੋਂ ਹੀ ਕਰ ਲੈਣਾ, ਨਹੀਂ ਉੱਥੇ ਵੀ ਤੁਹਾਨੂੰ ਪੈਡ ਵਗੈਰਾ ਮਿਲ ਜਾਏਗੀ, ਤੁਸੀਂ ਉੱਥੇ ਵੀ ਲਗਾ ਸਕਦੇ ਹੋ। ਤਾਂ ਉਸ ਤੋਂ ਬਾਅਦ ਦੂਸਰਾ ਦੇਖਦੇ ਹਾਂ ਪਾਰਟ। ਤਾਂ ਇਹ ਸੀਗਾ ਸਾਡਾ PS ਟੈਟ 1 'ਚ ਕਿੰਨੇ ਅੰਕ ਨੇ, ਪ੍ਰਾਪਤ ਅੰਕ, ਪਾਸ ਕਰਨ ਦਾ ਸਾਲ। ਤਾਂ ਜੋ ਮਾਸਟਰ ਕੈਡਰ ਆ ਉੱਥੇ PS 2 ਹੋਏਗਾ, ਤਾਂ ਉੱਥੇ ਤੁਸੀਂ ਫਿਲ ਕਰਨੇ ਆ ਇਹ ਸਾਰੇ। ਉਸ ਤੋਂ ਬਾਅਦ ਇਸ ਤੋਂ ਇਹ ਵੀ ਤੁਹਾਨੂੰ ਪਤਾ ਲੱਗ ਜਾਏਗਾ, ਡਾਕੂਮੈਂਟ ਨਾਲ ਦੀ ਨਾਲ ਪਤਾ ਲੱਗੀ ਜਾਏਗਾ ਮਾਸਟਰ ਕੈਡਰ ਵਾਲਿਆਂ ਨੂੰ ਵੀ ਕੀ ਚਾਹੀਦੇ ਨੇ। ਵਿੱਦਿਅਕ ਯੋਗਤਾ ਕੀ ਹੈ, ਕਿਹੜੀ ਯੂਨੀਵਰਸਿਟੀ ਤੋਂ ਕਿਹੜੇ ਸਾਲ 'ਚ ਤੁਸੀਂ ਪਾਸ ਕੀਤੀ ਆ, ਤਾਂ ਪੋਸਟ ਦੇ ਨਾਲ ਸੰਬੰਧਿਤ ਕਿਹੜੇ ਵਿਸ਼ੇ ਪੜ੍ਹੇ ਨੇ, ਉਹ ਰੈਗੂਲਰ ਕੀਤੀ ਆ ਜਾਂ ਡਿਸਟੈਂਸ ਐਜੂਕੇਸ਼ਨ ਜਾਂ ਪ੍ਰਾਈਵੇਟ ਕੀਤੀ ਹੈ। ਜੇਕਰ ਰੈਗੂਲਰ ਕੀਤੀ ਹੈ ਤਾਂ ਅੱਗੇ ਤੁਸੀਂ ਉਸ ਦੀ ਡਿਟੇਲ ਨਹੀਂ ਫਿਲ ਕਰਨੀ। ਅਗਰ ਪ੍ਰਾਈਵੇਟ ਜਾਂ ਡਿਸਟੈਂਸ ਐਜੂਕੇਸ਼ਨ ਨਾਲ ਕੀਤੀ ਹੈ ਤਾਂ ਉਹ ਯੂਨੀਵਰਸਿਟੀ ਵਗੈਰਾ ਦੀ ਡਿਟੇਲ ਵੀ ਤੁਸੀਂ ਫਿਲ ਕਰਨੀ ਹੋਏਗੀ। ਪਾਸ ਕਰਨ ਦੀ ਮਿਤੀ DMC ਅਨੁਸਾਰ ਕਿੰਨੀ ਹੈ, ਕਿੰਨੇ ਅੰਕ ਸੀ, ਕੁੱਲ ਅੰਕ ਕਿੰਨੇ ਸੀ ਅਤੇ ਪ੍ਰਤੀਸ਼ਤ ਕਿੰਨੇ ਨੇ, ਜਾਂ ਉਸ ਵਿੱਚ ਕੁਛ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਤਰੱਟੀ ਵਗੈਰਾ ਜਾਂ ਤੁਸੀਂ ਕੁਛ ਵੀ ਅਪਡੇਟ ਵਗੈਰਾ ਕੁਛ ਵੀ ਚੇਂਜ ਕੀਤਾ ਹੋਇਆ ਡਾਕੂਮੈਂਟ 'ਚ, ਤਾਂ ਤੁਸੀਂ ਉਹ ਇੱਥੇ ਜ਼ਰੂਰ ਫਿਲ ਕਰਨਾ, ਉਸ ਦੀ ਡਿਟੇਲ ਫਿਲ ਕਰ ਦੇਣਾ। ਕਈ ਵਾਰੀ ਕੋਈ ਕਰੈਕਸ਼ਨ ਵਗੈਰਾ ਕੀਤੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ, ਤਾਂ ਇੱਥੇ ਫਿਲ ਕਰਨਾ ਤੁਸੀਂ। ਉਸ ਤੋਂ ਬਾਅਦ ਪੰਜਾਬੀ ਪਾਸ ਵਿਸ਼ੇ ਸੰਬੰਧੀ, ਤਾਂ ਤੁਸੀਂ ਜੇਕਰ 10th 'ਚੋਂ ਪਾਸ ਕੀਤੀ ਆ ਤਾਂ 10th ਲਿਖ ਦੇਣਾ। ਅਗਰ ਐਕਸਟਰਾ ਦਿੱਤਾ ਹੋਇਆ ਪੇਪਰ ਤਾਂ ਉਹ ਫਿਲ ਕਰ ਦੇਣਾ, ਕਿੰਨੀ ਮਿਤੀ ਨੂੰ ਪਾਸ ਕੀਤੀ ਆ ਅਤੇ ਕਿਹੜੀ ਯੂਨੀਵਰਸਿਟੀ ਤੋਂ ਪਾਸ ਹੈ। ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਹੀ ਕੀਤੀ ਆ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੀ ਕਰ ਦੇਣਾ। ਉਸ ਤੋਂ ਬਾਅਦ ਪੰਜਾਬ ਵਸਨੀਕ ਦਾ ਸਰਟੀਫਿਕੇਟ, ਤਾਂ ਜੋ ਰੈਜੀਡੈਂਸ ਸਰਟੀਫਿਕੇਟ ਆ ਉਹ ਪਹਿਲੀ ਗੱਲ ਤਾਂ ਕੀ ਹੈ, ਜਿਨ੍ਹਾਂ ਦੀ ਕੈਟੇਗਰੀ ਆ ਉਹਨਾਂ ਲਈ ਹੀ ਚਾਹੀਦਾ, ਤਾਂ ਉਹਨਾਂ ਨੇ ਰੈਜੀਡੈਂਸ ਸਰਟੀਫਿਕੇਟ ਬਣਿਆ ਹੋਣਾ ਚਾਹੀਦਾ। ਸੈਕਿੰਡ, ਜੋ ਜਰਨਲ ਵਾਲੇ ਨੇ ਤਾਂ ਉਹਨਾਂ ਲਈ ਇਸ ਦੀ ਜ਼ਰੂਰਤ ਨਹੀਂ ਹੈ। ਅਗਰ ਉਹਨਾਂ ਕੋਲ ਨਹੀਂ ਵੀ ਹੈ ਤਾਂ ਵੀ ਚੱਲੇਗਾ, ਅਗਰ ਹੈ ਤਾਂ ਗੁੱਡ ਹੈ, ਨਹੀਂ ਤੁਸੀਂ ਕੀ ਕਰ ਸਕਦੇ ਹੋ, ਜਰਨਲ ਵਾਲੇ ਆਪਣਾ ਆਧਾਰ ਕਾਰਡ ਜਾਂ ਵੋਟਰ ਕਾਰਡ ਕੁਛ ਵੀ ਆਇਡੈਂਟੀਟੀ ਨਾਲ ਅਟੈਚ ਕਰ ਸਕਦੇ ਹੋ।
ਉਸ ਤੋਂ ਬਾਅਦ ਕੈਟੇਗਰੀ, ਤਾਂ ਅਲੱਗ-ਅਲੱਗ ਕੈਟੇਗਰੀ ਹੈ ਜੋ, ਜਿਵੇਂ SC ਤੋਂ ਸਟਾਰਟ ਹੋ ਗਿਆ, ਆਪਣੀ ਆਪਣੀ ਕੈਟੇਗਰੀ 'ਚ ਹੀ ਫਿਲ ਕਰਨਾ, ਹੋਰ ਕੈਟੇਗਰੀ 'ਚ ਨਹੀਂ ਫਿਲ ਕਰਨਾ। ਤਾਂ ਦੇਖੋ ਇੱਥੇ ਜੋ ਫਾਰਮ ਆ SC ਵਿਮੁਕਤ ਜਾਤੀ ਆ, ਉਹ ਪਹਿਲਾਂ ਵੀ ਸੀਗਾ, ਤਾਂ ਕਾਫੀ ਬੱਚਿਆਂ ਨੂੰ ਨਹੀਂ ਪਤਾ ਸੀ, ਉਸ ਟਾਈਮ ਨਹੀਂ ਧਿਆਨ ਦਿੱਤਾ ਸੀ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਅੰਗੂਠਾ 'ਤੇ ਸਾਈਨ ਤਾਂ ਆਪਣੇ ਕਰਨੇ ਹੀ ਹੈ। ਨੈਕਸਟ ਅਗਲੀਆਂ ਕੈਟੇਗਰੀਆਂ ਨੇ, ਤਾਂ ਆਪਣੀ ਆਪਣੀ ਕੈਟੇਗਰੀ ਮੁਤਾਬਕ ਫਿਲ ਕਰ ਲੈਣਾ। ਹੁਣ ਦੇਖੋ ਇਹ ਆ ਗਿਆ ਤੁਹਾਨੂੰ ਕੀ ਕੀ ਡਾਕੂਮੈਂਟ ਚਾਹੀਦੇ ਨੇ, ਮਤਲਬ ਇਹ ਦੋਨਾਂ ਲਈ ਨੇ, ਮਾਸਟਰ ਕੈਡਰ ਵੀ ਅਤੇ ETT। ਪਹਿਲਾਂ ਅਪਲਾਈ ਕੀਤੀ ਅਸਾਮੀ ਦਾ ਰਜਿਸਟ੍ਰੇਸ਼ਨ ਫਾਰਮ, ਜੋ ਤੁਸੀਂ ਆਪਣੀ ID 'ਚ ਲੌਗਇਨ ਕਰੋਗੇ ਤਾਂ ਆਪਣੇ ਫਾਰਮ ਨੂੰ ਪ੍ਰਿੰਟ ਆਊਟ ਕੱਢ ਲੈਣਾ। ਸੈਕਿੰਡ, ਫੀਸ ਜਮ੍ਹਾਂ ਕਰਨ ਦਾ ਸਬੂਤ, ਤਾਂ ਇਹ ਜ਼ਰੂਰੀ ਨਹੀਂ ਹੈ, ਅਗਰ ਕਿਸੇ ਬੱਚੇ ਕੋਲ ਪਹਿਲਾਂ ਹੀ ਦੱਸਿਆ ਕੀ ਪ੍ਰੋਸੈਸ ਹੈ। 10ਵੀਂ ਪਾਸ ਕਰਨ ਦਾ ਸਰਟੀਫਿਕੇਟ ਹੋਣਾ ਚਾਹੀਦਾ, 12ਵੀਂ ਦਾ ਹੋਣਾ ਚਾਹੀਦਾ, ETT DMC ਸਰਟੀਫਿਕੇਟ ਸਾਰੇ ਇਹ ਹੋਣੇ ਚਾਹੀਦੇ ਨੇ। ਗ੍ਰੈਜੂਏਸ਼ਨ ਦੇ DMC ਅਤੇ ਡਿਗਰੀ, ਗ੍ਰੈਜੂਏਸ਼ਨ ਦੇ ਵਾਧੂ ਵਿਸ਼ੇ ਦੇ ਸਰਟੀਫਿਕੇਟ ਜੇਕਰ ਕੋਈ ਜ਼ਰੂਰਤ ਹੋਵੇ, ਗ੍ਰੈਜੂਏਸ਼ਨ ਤੋਂ ਬਾਅਦ ਪ੍ਰਾਪਤ ਕੀਤੀ ਪ੍ਰੋਫੈਸ਼ਨਲ ਯੋਗਤਾ B.Ed ਉਹ ਇੱਥੇ ਫਿਲ ਕਰਨਾ। ਪੰਜਾਬੀ ਪਾਸ ਦੇ ਸਬੂਤ, ਪੰਜਾਬ ਵਸਨੀਕ ਦਾ ਸਰਟੀਫਿਕੇਟ, ਉਹ ਦੇਖੋ ਇਹਨਾਂ ਨੇ ਵੀ ਇੱਥੇ ਵੀ ਮੈਂਸ਼ਨ ਕਰਤਾ, ਸਿਰਫ ਕੈਟੇਗਰੀ ਲਈ ਜ਼ਰੂਰੀ ਹੈ। ਉਸ ਤੋਂ ਬਾਅਦ ਸਾਰੇ ਕੀ ਹੈ, ਕੈਟੇਗਰੀ ਵਾਲੇ ਆ, ਜਿਹੜੀਆਂ ਵੀ ਕੈਟੇਗਰੀਆਂ ਆਪਣੀ ਆਪਣੀ ਕੈਟੇਗਰੀ ਦਾ ਸਰਟੀਫਿਕੇਟ ਜੇਕਰ ਤੁਹਾਡੇ ਕੋਲ ਹੈ ਤਾਂ ਉਹ ਫਿਲ ਕਰ ਦੇਣਾ। ਵਲੰਟੀਅਰ ਲਈ ਕੀ ਆ ਗਿਆ, ਜੋ ਆਪਣੀ ਤਜਰਬੇ ਦਾ ਸਰਟੀਫਿਕੇਟ ਹੈ ਉਹ ਫਿਲ ਕਰਨਾ। ਸੈਕਿੰਡ 'ਤੇ ਇੱਕ ਇਹ ਗੱਲ ਹੈ ਕਿ ਤੁਸੀਂ ਮਾਸਟਰ ਕੈਡਰ ਵਾਲੇ ਆ ਚਾਹੇ ETT ਵਾਲੇ ਆ, ਜਾਣ ਤੋਂ ਪਹਿਲਾਂ ਆਪਣੇ ਸਰਟੀਫਿਕੇਟ ਜ਼ਰੂਰ ਅਪਲੋਡ ਕਰ ਦੇਣੇ ਆ। ਅਗਰ ਤੁਸੀਂ ਅਪਲੋਡ ਨਹੀਂ ਕਰਕੇ ਗਏ ਤਾਂ ਕੀ ਕਰਨਾ, ਉਹਨਾਂ ਨੇ ਉਹਨਾਂ ਟਾਈਮ ਤੁਹਾਡਾ ਪ੍ਰੋਸੈਸ ਨਹੀਂ ਕਰਨਾ। ਤਾਂ ਕਈ ਬੱਚਿਆਂ ਦੇ ਉਹਨਾਂ ਨੇ ਉੱਥੇ ਰੋਕ ਦਿੱਤੇ ਸੀਗੇ ਕਿ ਪਹਿਲਾਂ ਤੁਸੀਂ ਅਪਲੋਡ ਕਰੋ ਸਰਟੀਫਿਕੇਟ, ਤਾਂ ਐਟ ਏ ਟਾਈਮ ਉੱਥੇ ਬੱਚਿਆਂ ਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਸੀ ਕਿਵੇਂ ਕਰੀਏ, ਕਿਸ ਤਰ੍ਹਾਂ ਕਰੀਏ। ਤਾਂ ਤੁਸੀਂ ਇਹ ਘਰੋਂ ਜਾਂਦੇ ਟਾਈਮ ਹੀ ਅਪਲੋਡ ਕਰਕੇ ਜਾਣੇ ਨੇ। ਤਾਂ ਕਿਸ ਤਰ੍ਹਾਂ ਅਪਲੋਡ ਕਰਨੇ ਆ ਉਸ ਦੀ ਡਿਟੇਲ ਵੀ ਆਪਾਂ ਅੱਗੇ ਕਰਾਂਗੇ, ਜਾਂ ਕਿਸ ਤਰ੍ਹਾਂ ਉਹਨਾਂ ਨੇ PDF ਆ ਜਿਹੜੀ ਉਹ ਬਣਾਉਣੀ ਆ, ਉਹ ਸਾਰੀ ਡਿਟੇਲ ਵੀ ਆਪਾਂ ਕਰਾਂਗੇ। ਤਾਂ ਮਾਸਟਰ ਕੈਡਰ ਵਾਲੇ ਵੀ ਇਹ ਚੰਗੀ ਤਰ੍ਹਾਂ ਦੇਖ ਲੈਣ, ਅਤੇ ETT ਵਾਲੇ ਵੀ ਜਿਨ੍ਹਾਂ ਦਾ ਨੇਮ ਲਿਸਟ ਵਿੱਚ ਆ ਗਿਆ ਜਾਂ ਜਿਨ੍ਹਾਂ ਦੇ 4 ਮਾਰਕਸ ਘੱਟ ਨੇ, ਜਿੰਨੀਆਂ ਲਿਸਟ ਆਈਆਂ ਉਹਨਾਂ ਤੋਂ। ਉਸ ਤੋਂ ਬਾਅਦ ਉਮੀਦਵਾਰ ਦਾ ਨੇਮ ਇਹ ਵੀ ਫਿਲ ਕਰ ਲੈਣਾ, ਪਿਤਾ ਨੇਮ, ਰਜਿਸਟ੍ਰੇਸ਼ਨ ਨੇਮ, ਰੋਲ ਨੰਬਰ, ਅਸਾਮੀ ਦਾ ਨਾਮ। ਅਗਲਾ ਕੇਵਲ ਕੀ ਆ, ਉਹ ਤੁਹਾਡੇ ਸਾਹਮਣੇ ਫਿਲ ਕਰਨਗੇ ਇਹ ਵਾਲਾ, ਇਹ ਸਾਰੀ ਡਿਟੇਲ ਜਿਹੜੀ ਤੁਹਾਡੀ ਚੈੱਕ ਕਰਨਗੇ, ਜਿਸ ਤਰ੍ਹਾਂ ਤੁਸੀਂ ਮਾਰਕਸ ਕਿੰਨੇ ਬਣੇ ਆ ਤੁਹਾਡੇ, ਕੀ ਆ ਜੋ ਲੈਵਲ ਟੈਸਟ ਹੋਇਆ ਸੀ, ਸੈਕਿੰਡ ਐਕਸਪੀਰੀਅੰਸ ਦੇ ਕਿੰਨੇ ਨੇ, ਗ੍ਰੈਜੂਏਸ਼ਨ ਦੇ ਕਿੰਨੇ ਨੇ, ਟੋਟਲ ਮਾਰਕਸ ਕਿੰਨੇ ਨੇ। ਜੇ ਤੁਹਾਡੇ ਕੋਲ ਕੋਈ ਡਾਕੂਮੈਂਟ ਘੱਟ ਨੇ, ਤਾਂ ਕਈ ਬੱਚਿਆਂ ਦਾ ਕੁਐਸਚਨ ਸੀ, ਸਰ ਸਾਡੇ ਕੋਲ ਡਿਗਰੀ ਨਹੀਂ ਆਈ, ਤਾਂ ਕੁਛ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਅਗਰ ਕੋਈ ਕੁਐਸਚਨ ਰਹਿੰਦਾ, ਮਤਲਬ ਕੋਈ ਡਾਕੂਮੈਂਟ ਰਹਿੰਦਾ, ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਬੱਚੇ ਨੂੰ ਪੂਰਾ ਟਾਈਮ ਦਿੱਤਾ ਜਾਏਗਾ। ਬਸ ਉਹ ਇੱਥੇ ਮੈਂਸ਼ਨ ਹੋ ਜਾਏਗਾ ਕਿ ਐਟ ਏ ਟਾਈਮ ਬੱਚੇ ਕੋਲ ਇਹ ਨਹੀਂ ਸੀਗਾ, ਪਰ ਟਾਈਮਿੰਗ ਤੁਹਾਨੂੰ ਜ਼ਰੂਰ ਮਿਲੇਗੀ, 10 ਦਿਨ 20 ਦਿਨ ਜਿੰਨਾ ਵੀ ਟਾਈਮਿੰਗ ਚਾਹੀਦਾ, ਕੋਈ ਇੱਦਾਂ ਦੀ ਕੋਈ ਇਸ਼ੂ ਵਾਲੀ ਗੱਲ ਨਹੀਂ। ਸੈਕਿੰਡ ਕੀ, ਉਮੀਦਵਾਰ ਯੋਗ ਹੈ ਜਾਂ ਯੋਗ ਹੈ, ਤਾਂ ਜੇ ਕਿਸੇ ਤਰ੍ਹਾਂ ਦਾ ਮਤਲਬ ਕੋਈ ਬਹੁਤ ਹੀ ਜ਼ਿਆਦਾ ਵੱਡਾ ਇਸ਼ੂ ਹੈ ਤਾਂ ਯੋਗ ਹੋਏਗਾ, ਨਹੀਂ ਯੋਗ ਹੀ ਹੁੰਦੇ ਆ ਬੱਚੇ, ਕਿਉਂਕਿ ਜੋ ਡਾਕੂਮੈਂਟ ਆ ਉਹ ਜੇ ਕੋਈ ਘੱਟ ਹੁੰਦਾ ਤਾਂ ਕੋਈ ਵੱਡੀ ਗੱਲ ਨਹੀਂ। ਤਾਂ ਉਸ ਤੋਂ ਬਾਅਦ ਇੱਥੇ ਉਹ ਆਪਣਾ ਸਾਰੀ ਡਿਟੇਲ ਚੈੱਕ ਫਿਲ ਕਰ ਦੇਣਗੇ। ਉਸ ਤੋਂ ਬਾਅਦ ਤੁਹਾਨੂੰ ਫਾਰਮ ਦੇ ਲੈਣਗੇ। ਇੱਕ ਇਹ ਜ਼ਰੂਰ ਕਰਨਾ, ਤੁਸੀਂ ਆਪਣੇ ਮੋਬਾਈਲ 'ਚ ਇਸ ਦੀ ਫੋਟੋ ਕਾਪੀ ਜ਼ਰੂਰ ਲੈ ਲੈਣੀ ਆ, ਇਸ ਦੀ ਇਮੇਜ ਲੈ ਲੈਣੀ ਆ, ਤਾਂ ਕਿ ਤੁਹਾਡੇ ਕੋਲ ਡਿਟੇਲ ਰਵੇ ਇਸ ਦੀ। ਉਸ ਤੋਂ ਬਾਅਦ ਨੈਕਸਟ ਦੇਖਦੇ ਹਾਂ ਅੱਗੇ ਕੀ ਪ੍ਰੋਸੈਸ ਕਰਨਾ ਪਵੇਗਾ। ਪਹਿਲਾਂ ਅਸੀਂ ਕੀ ਦੇਖਿਆ, ਜੋ ਇੰਸਪੈਕਸ਼ਨ ਫਾਰਮ ਆ ਉਹ ਕਿਸ ਤਰ੍ਹਾਂ ਫਿਲ ਕਰਨਾ। ਤਾਂ ਇੰਸਪੈਕਸ਼ਨ ਫਾਰਮ ਤੋਂ ਬਾਅਦ ਹੁਣ ਅਸੀਂ ਕੀ ਦੇਖਾਂਗੇ, ਸੈਲਫ ਜੋ ਡਿਕਲੇਰੇਸ਼ਨ ਆ ਉਹ ਕਿਸ ਤਰ੍ਹਾਂ ਫਾਰਮ, ਸਵੈ ਘੋਸ਼ਣਾ ਪੱਤਰ ਆ ਉਹ ਕਿਸ ਤਰ੍ਹਾਂ ਫਿਲ ਕਰਨਾ। ਤਾਂ ਪਹਿਲਾਂ ਤਾਂ ਜੋ ਸਵੈ ਘੋਸ਼ਣਾ ਪੱਤਰ ਆ ਉਹ ਉਹਨਾਂ ਬੱਚਿਆਂ ਲਈ ਆ ਜੋ ਅਦਰ ਸਟੇਟ ਦੇ ਨੇ, ਜੋ ਅਦਰ ਸਟੇਟ ਦੇ ਬੱਚੇ ਨੇ ਉਹਨਾਂ ਲਈ ਹੈ। ਪਰ ਜੇ ਤੁਸੀਂ ਪੰਜਾਬ ਦੇ ਹੋ ਤਾਂ ਤੁਸੀਂ ਵੀ ਫਿਲ ਕਰਕੇ ਇੱਕ ਵਾਰ ਲਈ ਜਾਣਾ। ਇਸ ਨੂੰ ਪੇਸਟ ਮਤਲਬ ਜੋ ਤੁਸੀਂ ਫਾਈਲ ਬਣਾਓਗੇ, ਇੱਕ ਫਾਈਲ ਕਿਸ ਤਰ੍ਹਾਂ ਬਣਾਉਣੀ ਆ, ਤੁਸੀਂ ਇੱਕ ਹਾਰਡ ਫਾਈਲ ਲੈ ਲੈਣੀ ਆ। ਤਾਂ ਹਾਰਡ ਫਾਈਲ 'ਚ ਜਿੰਨੇ ਵੀ ਡਾਕੂਮੈਂਟ ਆ
ਉਹਨਾਂ ਨੂੰ ਜਿਸ ਤਰ੍ਹਾਂ ਵੀ ਪਿਛਲੀ ਅਸੀਂ ਲਿਸਟ ਦੇਖੀ ਸੀ ਦੁਬਾਰਾ ਦਿਖਾ ਦਿੰਦੇ ਹਾਂ ਤੁਹਾਨੂੰ। ਤਾਂ ਇਸ ਲਿਸਟ ਮੁਤਾਬਕ ਆਪਣੇ ਡਾਕੂਮੈਂਟ ਲਾ ਲੈਣੇ ਨੇ। ਇਹ ਸਾਰੇ ਡਾਕੂਮੈਂਟ ਕੰਟੀਨਿਊਸ ਆ, ਇਸ ਤਰ੍ਹਾਂ ਹੀ ਨੰਬਰਿੰਗ ਕਰਕੇ ਲਗਾ ਲੈਣੇ। ਸਭ ਤੋਂ ਪਹਿਲਾਂ ਤੁਸੀਂ ਕੀ ਲਾਣਾ, ਜੋ ਪ੍ਰਿੰਟ ਆਊਟ ਕੱਢੋਗੇ ਆਪਣਾ ਫਾਰਮ ਫਿਲ ਕੀਤਾ ਸੀ ਉਸ ਦਾ ਪ੍ਰਿੰਟ ਆਊਟ ਕੱਢੋਗੇ, ਉਹ ਲਗਾਉਣਾ ਸਭ ਤੋਂ ਪਹਿਲੇ 1 ਨੰਬਰ 'ਤੇ। ਉਸ ਤੋਂ ਬਾਅਦ ਕੀ ਲਗਾਉਣਾ ਤੁਸੀਂ, ਇਹ ਵਾਲਾ ਫਾਰਮ ਆ ਜੋ ਫਿਲ ਕੀਤਾ ਹੋਇਆ, ਇਹ ਫਾਰਮ ਲਗਾ ਦੇਣਾ। ਉਸ ਤੋਂ ਬਾਅਦ ਤੁਸੀਂ ਜਿੰਨੇ ਵੀ ਇਹ ਡਾਕੂਮੈਂਟ ਆ ਉਸ ਨੂੰ ਕੰਟੀਨਿਊਸਲੀ ਲਗਾ ਦੇਣਾ ਅਤੇ ਉਸ ਦੀ ਕੀ ਕਰ ਦੇਣੀ ਹੈ, ਨੰਬਰਿੰਗ ਕਰ ਦੇਣੀ ਹੈ ਤੁਸੀਂ। ਮਤਲਬ 1 ਤੋਂ ਸਟਾਰਟ ਕਰਨਾ, 1 2 3। ਪਹਿਲਾਂ ਤਾਂ ਇਸ 'ਤੇ ਮੇ ਵੀ 5 ਨੰਬਰ ਤੱਕ ਤਾਂ ਹੈਗੀ ਆ ਨੰਬਰਿੰਗ ਇਸ 'ਤੇ, ਤਾਂ ਇਹ 5 ਨੰਬਰਿੰਗ ਤਾਂ ਇਹੀ ਆ ਜਾਏਗੀ। ਉਸ ਤੋਂ ਬਾਅਦ ਕੀ ਆ ਗਿਆ, ਤੁਹਾਡਾ ਇੱਕ ਫਾਰਮ ਆ ਗਿਆ, ਤਾਂ 6 ਨੰਬਰ ਤਾਂ ਇਹ ਹੋ ਹੀ ਜਾਣਗੇ। ਉਸ ਤੋਂ ਬਾਅਦ ਕੀ ਆ, ਬਾਕੀ ਜਿਹੜੇ ਡਾਕੂਮੈਂਟ ਆ ਉਹਨਾਂ ਦੀ ਕਾਊਂਟਿੰਗ ਕਰ ਲੈਣੀ ਆ। 6 ਤੋਂ ਬਾਅਦ ਕਿੰਨਾ, 7 8 9 ਜਿੰਨੇ ਵੀ ਡਾਕੂਮੈਂਟ ਬਣਦੇ ਨੇ ਉਹ ਡਾਕੂਮੈਂਟ ਦੀ ਕਾਊਂਟਿੰਗ ਕਰਕੇ ਤੁਸੀਂ ਸਟਾਰਟਿੰਗ 'ਤੇ ਉਹ ਲਿਖਣਾ ਹੋਏਗਾ ਕਿੰਨੇ ਤੁਹਾਡੇ ਡਾਕੂਮੈਂਟ ਨੇ। ਤਾਂ ਇਹ ਜੇ ਤੁਸੀਂ ਇੱਥੇ ਨਹੀਂ ਵੀ ਫਿਲ ਕਰਨੀ ਤਾਂ ਐਟ ਏ ਟਾਈਮ ਉੱਥੇ ਜਾ ਕੇ ਫਿਲ ਕਰ ਲੈਣਾ ਜਿੰਨੇ ਵੀ ਡਾਕੂਮੈਂਟ ਆ। ਜੇ ਤੁਹਾਨੂੰ ਕਿਸੇ ਹੋਰ ਡਾਕੂਮੈਂਟ ਦੀ ਜ਼ਰੂਰਤ ਪਈ ਤਾਂ ਤੁਸੀਂ ਐਡ ਕਰ ਸਕੋਗੇ। ਜੇ ਕਈ ਵਾਰੀ ਐਟ ਏ ਟਾਈਮ ਤੁਹਾਡਾ ਡਾਕੂਮੈਂਟ ਉਹ ਰੈਡੀ ਹੋ ਜਾਂਦਾ ਤਾਂ ਤੁਸੀਂ ਨੰਬਰਿੰਗ ਉੱਥੇ ਜਾ ਕੇ ਹੀ ਕਰ ਲੈਣਾ। ਤਾਂ ਜੇ ਇਹ ਫਾਰਮ ਆ ਜੋ ਇਹ ਵੀ ਬਿਲਕੁਲ ਉਸ ਤਰ੍ਹਾਂ ਹੀ ਆ, ਤੁਸੀਂ ਪਿਛਲੇ ਫਾਰਮ ਨੂੰ ਦੇਖ ਕੇ ਇਸ ਨੂੰ ਫਿਲ ਕਰ ਲੈਣਾ। ਤਾਂ ਜੋ ਜਿੰਨੇ ਵੀ ਡਾਕੂਮੈਂਟ ਅਟੈਸਟਡ ਕਰ ਲੈਣਾ, ਤਾਂ ਇੱਕ ਫਾਈਲ ਆ ਜੋ ਹਾਰਡ ਕਾਪੀ ਆ ਉਸ ਵਿੱਚ ਇਸ ਨੂੰ ਤਿਆਰ ਕਰ ਲੈਣਾ, ਤਾਂ ਤੁਹਾਡੀ ਫਾਈਲ ਰੈਡੀ ਹੋ ਜਾਏਗੀ। ਤਾਂ ਫਾਈਲ ਲਿਜਾਣ ਦਾ ਬਸ ਇੰਨਾ ਹੀ ਕੰਮ ਹੈ ਤੁਹਾਡਾ। ਇੱਕ ਜਿਨ੍ਹਾਂ ਬੱਚਿਆਂ ਨੇ ਡਿਸਟੈਂਸ ਐਜੂਕੇਸ਼ਨ ਦੁਆਰਾ ਕੀਤੀ ਹੋਈ ਆ ਤਾਂ ਉਹਨਾਂ ਨੇ ਇਹ ਆਪਣਾ ਐਕਸਪਲੇਨ ਕਰਨਾ ਪ੍ਰੋਪਰਲੀ, ਉਹ ਯੂਨੀਵਰਸਿਟੀ ਕੀ ਹੈ, ਕਿਸ ਤਰ੍ਹਾਂ ਕਰਵਾ ਰਹੀ ਆ, ਕਿਸ ਤੋਂ ਮਾਨਤਾ ਪ੍ਰਾਪਤ ਹੈ। ਤਾਂ ਇਹ ਸਾਰੀਆਂ ਜੋ ਫਿਲ ਕਰਨਾ ਤੁਸੀਂ ਸਾਰੀ ਡਿਟੇਲ, ਤਾਂ ਇਹ ਫਾਰਮ ਤੁਸੀਂ ਡਾਊਨਲੋਡ ਕਰ ਲੈਣਾ ETT ਵਾਲੇ ਤੋਂ। ਜੇ ਮਾਸਟਰ ਕੈਡਰ ਵਾਲੇ ਤਾਂ ਤੁਸੀਂ ਚੈੱਕ ਕਰ ਲੈਣਾ ਤਾਂ ਕਿ ਤੁਹਾਡੇ ਕੋਲ ਐਟ ਏ ਟਾਈਮ ਇਨਫੋਰਮੇਸ਼ਨ ਹੋਵੇ, ਕਿਉਂਕਿ ਜਦ ਇਹਨਾਂ ਨੇ ਮੈਰਿਟ ਲਿਸਟ ਪਾ ਦਿੱਤੀ ਤਾਂ ਤੁਹਾਡੇ ਕੋਲ ਇੰਨੀ ਟਾਈਮਿੰਗ ਨਹੀਂ ਹੁੰਦੀ ਕਿ ਤੁਹਾਨੂੰ ਕੀ ਡਾਕੂਮੈਂਟ ਚਾਹੀਦੇ ਨੇ, ਕਿਸ ਤਰ੍ਹਾਂ ਚਾਹੀਦੇ ਨੇ, ਜਾਂ ਤੁਸੀਂ ਕੀ ਡਿਟੇਲ ਭਰਨੀ ਹੈ। ਤਾਂ ਤੁਸੀਂ ਪਹਿਲਾਂ ਹੀ ਚੈੱਕ ਕਰਕੇ ਰੱਖ ਲਿਓ। ਸੇਮ ਇਸ ਦੀ ਕਾਪੀ ਹੋਵੇਗੀ ਜੋ ETT ਲਈ ਫਾਰਮ ਆ, ਇਸ ਦੀ ਬਿਲਕੁਲ ਕਾਪੀ ਹੋਏਗੀ, ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦਾ ਫਾਰਮ ਹੀ ਇਹ ਦਿੰਦੇ ਨੇ। ਕਿਹੜੇ ਸਰਟੀਫਿਕੇਟ ਅਪਲੋਡ ਕਰਨੇ ਨੇ ਤੁਸੀਂ ਜਾਂ ਕਿਸ ਤਰ੍ਹਾਂ ਕਰਦੇ ਨੇ, ਤਾਂ ਦੇਖੋ ਡਿਟੇਲ ਦਿੱਤੀ ਹੋਈ ਹੈ। ਜਦੋਂ ਲੌਗਇਨ ਕਰੋਗੇ, ਅਪਲੋਡ 'ਤੇ ਜਾਓਗੇ ਤਾਂ ਮੈਟ੍ਰਿਕ ਦਾ ਹੋਏਗਾ ਸਰਟੀਫਿਕੇਟ, 12th ਦਾ ETT ਸਰਟੀਫਿਕੇਟ ਹੋਏਗਾ, DMC ਆਫ ਗ੍ਰੈਜੂਏਸ਼ਨ, ਕੈਟੇਗਰੀ ਸਰਟੀਫਿਕੇਟ ਜੋ ਵੀ ਕੈਟੇਗਰੀ, ਅਗਰ ਨਹੀਂ ਕੈਟੇਗਰੀ ਤਾਂ ਤੁਹਾਨੂੰ ਇਸ ਦੀ ਜ਼ਰੂਰਤ ਨਹੀਂ, ਡੋਮਿਸਾਈਲ ਦੀ ਵੀ ਨਹੀਂ ਜ਼ਰੂਰਤ ਅਗਰ ਕੈਟੇਗਰੀ ਨਹੀਂ ਹੈ। ਸੈਕਿੰਡ 'ਤੇ ਜੋ ਸਿੱਖਿਆ ਪ੍ਰੋਵਾਈਡਰ ਆ ਉਹਨਾਂ ਦਾ ਐਕਸਪੀਰੀਅੰਸ ਦਾ ਸਰਟੀਫਿਕੇਟ ਹੈ ਉਹ ਅਪਲੋਡ ਕਰਨਾ ਪਏਗਾ। ਤਾਂ ਤੁਸੀਂ ਕੀ ਕਰ ਲੈਣਾ, ਇੱਕ PDF ਬਣਾ ਲੈਣੀ ਆ। ਤਾਂ ਸੈਕਿੰਡ 'ਤੇ ਇੱਕ ਧਿਆਨ ਰੱਖਿਓ, ਜਿਹੜੀ PDF ਬਣਾਓਗੇ ਉਸ ਨੂੰ ਆਪਣੇ ਨੇਮ ਨਾਲ ਸੇਵ ਕਰਨਾ, ਨੇਮ ਪਲੱਸ ਰੋਲ ਨੰਬਰ ਜੋ ਵੀ ਤੁਹਾਡਾ ETT ਦਾ ਉਸ ਦੇ ਨੇਮ ਨਾਲ ਸੇਵ ਕਰਨਾ, ਕਿਉਂਕਿ ਉੱਥੇ ਜਦ ਵੀ ਡਾਊਨਲੋਡ ਕਰਨਗੇ ਤਾਂ ਉਹ ਸੌਖਾ ਹੋ ਜਾਏਗਾ, ਤੁਹਾਡਾ ਨੇਮ ਆ ਜਾਏਗਾ ਉਸ ਵਿੱਚ। ਤਾਂ ਨੇਮ ਅਤੇ ਰੋਲ ਨੰਬਰ ਜ਼ਰੂਰ ਨਾਲ ਸੇਵ ਕਰਨਾ। ਤਾਂ PDF ਕਿਸ ਤਰ੍ਹਾਂ ਬਣਾਉਣੀ ਹੈ ਤੁਸੀਂ, ਤਾਂ ਅਡੋਬ ਜੋ ਸੋਫਟਵੇਅਰ ਆ ਉਹ ਅਸੀਂ ਪਿਛਲੀ ਵੀਡੀਓ ਵਿੱਚ ਦਿੱਤਾ ਸੀਗਾ, ਤਾਂ ਵੀਡੀਓ ਅਸੀਂ ਡਿਸਕ੍ਰਿਪਸ਼ਨ ਵਿੱਚ ਪਾ ਦੇਵਾਂਗੇ, ਤਾਂ ਤੁਸੀਂ ਉਸ ਤੋਂ ਚੈੱਕ ਕਰ ਦੇਣਾ। ਤਾਂ ਉਸ ਨਾਲ ਬਹੁਤ ਹੀ ਸੌਖੀ ਤੁਹਾਡੀ PDF ਬਣ ਜਾਣੀ ਆ, ਸਮਾਲ ਸਾਈਜ਼ ਦੀ ਬਣੇਗੀ ਤਾਂ ਸੌਖੀ ਹੋ ਜਾਏਗੀ। ਤਾਂ ਤੁਹਾਡਾ ਮੈਕਸਿਮਮ ਸਾਈਜ਼ ਆ ਜੋ ਕਿੰਨਾ ਹੋਣਾ ਚਾਹੀਦਾ, 800 ਹੋਣਾ ਚਾਹੀਦਾ। ਅਗਰ ਕਿਸੇ ਬੱਚੇ ਦਾ ਇਸ ਤੋਂ ਜ਼ਿਆਦਾ ਆਉਂਦਾ ਤਾਂ ਉਹ ਕਮੈਂਟ ਕਰ ਦੇਣਾ, ਤਾਂ ਅਸੀਂ ਉਸ ਦਾ ਵੀ ਸੋਲਿਊਸ਼ਨ ਤੁਹਾਨੂੰ ਦੱਸ ਦੇਵਾਂਗੇ। ਤਾਂ ਇਹ ਅਪਲੋਡ ਜ਼ਰੂਰ ਕਰਕੇ ਜਾਣਾ ਕਿਹੜੇ ਬੱਚਿਆਂ ਨੇ, ਜਿਨ੍ਹਾਂ ਦੀ ਵੀ ਨਾਮ ਮੈਰਿਟ ਲਿਸਟ ਵਿੱਚ ਆ ਗਿਆ। ਅਤੇ ਸੈਕਿੰਡ 'ਤੇ ਜਿਨ੍ਹਾਂ ਦਾ ਅਜੇ ਨੇਮ ਰਹਿੰਦਾ ਤਾਂ ਉਹਨਾਂ ਨੇ PDF ਜ਼ਰੂਰ ਤਿਆਰ ਕਰਕੇ ਰੱਖ ਲੈਣੀ ਹੈ, ਉਹ ਚਾਹੇ ETT ਦੇ ਨੇ ਚਾਹੇ ਮਾਸਟਰ ਕੈਡਰ ਦੇ ਨੇ। ਤਾਂ PDF ਜ਼ਰੂਰ ਆਪਣੀ ਤਿਆਰ ਰੈਡੀ ਰੱਖੋ। ਤਾਂ ਕੈਫੇ ਤੋਂ ਬਣਾ ਲਓਗੇ ਤਾਂ ਉਹ ਵੀ ਬੈਟਰ ਹੈ, ਅਤੇ ਨਹੀਂ ਇੱਕ ਮੋਬਾਇਲ 'ਤੇ ਵੀ ਬਹੁਤ ਸੌਖਾ ਪ੍ਰੋਸੈਸ ਆ, ਸਾਰੇ ਬੱਚਿਆਂ ਨੇ ਮੋਸਟਲੀ ਮੋਬਾਇਲ 'ਤੇ ਹੀ ਬਣਾਇਆ, ਤਾਂ ਉਸ ਦੀ ਵੀਡੀਓ ਤੁਹਾਨੂੰ ਪ੍ਰੋਵਾਈਡ ਕਰ ਦੇਵਾਂਗੇ ਡਿਸਕ੍ਰਿਪਸ਼ਨ ਵਿੱਚ, ਤੁਸੀਂ ਚੈੱਕ ਕਰ ਲੈਣਾ।
ਜਿਹੜੇ ਬੱਚੇ ਨਵੇਂ ਜਾ ਰਹੇ ਨੇ ਜਾਂ ਮਾਸਟਰ ਕੈਡਰ ਵਾਲੇ ਬੱਚੇ ਨੇ ਉਹ ਵੀ ਇਹ ਧਿਆਨ ਦੇ ਲੈਣ ਕਿ ਇਸ ਤਰ੍ਹਾਂ ਤੁਹਾਡੇ ਉੱਥੇ ਕੀ ਆ ਕਮੇਟੀਆਂ ਬਣੀਆਂ ਹੋਣਗੀਆਂ। 1 ਤੋਂ ਲੈ ਕੇ ਕਿੰਨੀਆਂ ਵੀ ਹੋ ਸਕਦੀਆਂ, 10 ਹੋ ਸਕਦੀਆਂ, 12 ਹੋ ਸਕਦੀਆਂ, 15 ਹੋ ਸਕਦੀਆਂ। ਤਾਂ ਕਮੇਟੀਆਂ ਵਿੱਚ ਤੁਹਾਡਾ ਨੇਮ ਹੋਏਗਾ, ਰੋਲ ਨੰਬਰ ਇੰਨੇ ਤੋਂ ਇੰਨੇ ਤੱਕ। ਤਾਂ ਹਰੇਕ ਰੋਲ ਨੰਬਰ ਅਲੱਗ-ਅਲੱਗ ਹੋਣਗੇ ਗੈਪ ਪਾ ਕੇ। ਤਾਂ ਪਹਿਲੇ 10-10 ਬੱਚਿਆਂ ਨੂੰ ਬੁਲਾਇਆ ਜਾਵੇਗਾ, 10-10 ਜਾਂ 5-5 ਬੱਚਿਆਂ ਨੂੰ ਉੱਥੇ ਬੁਲਾਇਆ ਜਾਵੇਗਾ। ਤਾਂ ਇਸ ਤਰ੍ਹਾਂ ਜਿਵੇਂ ਇਹ ਬੱਚੇ ਨੇ, ਪੁਰਾਣੀ ਹੈ ਲਿਸਟ। ਤਾਂ ਜਿਵੇਂ ਜਿਹੜੇ ਬੱਚਿਆਂ ਦਾ ਨੇਮ ਕੀ ਆਉਂਦਾ, ਜੋ ਲਿਸਟ ਪਾਈ ਆ ਉਸ ਮੁਤਾਬਕ ਹੋਏਗਾ। ਉਸ ਵਿੱਚ ਨੰਬਰ ਆਇਆ 568 ਤੋਂ ਲੈ ਕੇ 610, ਉਹ ਸਾਰੇ ਬੱਚੇ ਕਿਤੇ ਕੋਲ ਜਾਣਗੇ, ਕਮੇਟੀ ਨੰਬਰ 5 ਕੋਲ ਜਾਣਗੇ। ਤਾਂ ਸਭ ਤੋਂ ਪਹਿਲਾਂ 668 ਅਤੇ 10 ਮਤਲਬ 568 ਅਤੇ 10 578 ਤੱਕ ਵਾਲੇ ਬੱਚਿਆਂ ਨੂੰ ਬੁਲਾਇਆ ਜਾਵੇਗਾ। ਉਸ ਤੋਂ ਬਾਅਦ ਨੈਕਸਟ 10 ਜਿਸ ਤਰ੍ਹਾਂ 588, ਇਸ ਤਰ੍ਹਾਂ ਨੈਕਸਟ ਪ੍ਰੋਸੈਸ ਚੱਲਦਾ ਜਾਏਗਾ। ਉਸੇ ਤਰ੍ਹਾਂ ਹੀ ਜਿਹੜੀ 6 ਨੰਬਰ ਕਮੇਟੀ ਆ ਉਹ ਕਿਸ ਨੂੰ ਦੇਖ ਰਹੀ ਹੋਵੇਗੀ, 611 ਤੋਂ ਲੈ ਕੇ 650 ਤੱਕ। ਇਸੇ ਤਰ੍ਹਾਂ ਹੀ ਜਿਹੜਾ ਹੁਣ ਤੁਹਾਡੀ ਨਿਊ ਲਿਸਟ ਬਣੇਗੀ ਉਸ ਮੁਤਾਬਕ ਜੋ ਤੁਹਾਡੀ ਲੜੀ ਨੰਬਰ ਹੋਏਗਾ ਤਾਂ ਉਹ ਕਮੇਟੀ ਅਲੱਗ-ਅਲੱਗ ਦਿੱਤੀ ਹੋਏਗੀ, ਉਸ ਕਮੇਟੀ ਤੱਕ ਜਾਣਾ ਹੋਵੇਗਾ। ਤਾਂ ਉਹ ਤੁਹਾਡੇ ਨੇਮ ਆ ਜੋ ਉਹ ਉੱਥੇ ਅਨਾਊਂਸ ਕਰ ਰਹੇ ਹੋਣਗੇ, ਉਹ ਵੀ ਤੁਹਾਨੂੰ ਦਿਖਾ ਦਿੰਦੇ ਆ। कैटेगरी 621 ਤੋਂ 630 कॉलेज ऑफ एजुकेशन आ गई यही नंबर 585 कमेटी नंबर 6 कॉपर कैटेगरी 621 ਤੋਂ 630 कॉलेज ऑफ एजुकेशन आ गई यही नंबर कमेटी नंबर 7 661 ਤੋਂ 670 कमेटी नंबर 8। ਤਾਂ ਇਸ ਤਰ੍ਹਾਂ ਤੁਹਾਡੇ ਨੇਮ ਆ ਜੋ ਉਹ ਬੋਲਣਗੇ ਕਿ ਇੰਨੇ ਨੰਬਰ ਨੇ ਇਸ ਕਮੇਟੀ ਕੋਲ ਜਾਣਾ। ਤਾਂ 10-10 ਬੱਚੇ ਨੂੰ ਉਹ ਨੇਮ ਅਨਾਊਂਸ ਕਰੀ ਜਾਣਗੇ। ਨੇਮ ਨਹੀਂ, ਉਹਨਾਂ ਦਾ ਲੜੀ ਨੰਬਰ ਹੋਏਗਾ, ਜਿਹੜਾ ਵੀ ਸੀਰੀਅਲ ਨੰਬਰ ਉਹਨਾਂ ਦਾ ਕਿਸ ਵਿੱਚ ਆਇਆ, ਜੋ ਲਿਸਟ ਆਈ ਆ ਉਸ ਵਿੱਚ ਆਉਂਦਾ ਗਾ, ਜਿਹੜੀ ਵੀ ਲਿਸਟ ਤੁਹਾਡੀ ਹੁੰਦੀ ਹੈ। ਉਸ ਤੋਂ ਬਾਅਦ ਜੁਆਇਨਿੰਗ ਦੀ ਗੱਲ ਕਰੀਏ ਕਿ ਜੁਆਇਨਿੰਗ ਕਦੋਂ ਤੱਕ ਹੋ ਜਾਂਦੀ ਹੈ। ਤਾਂ ਜੋ ਜੁਆਇਨਿੰਗ ਦਾ ਪ੍ਰੋਸੈਸ ਹੈ ਉਹ ਕਿਸ ਤਰ੍ਹਾਂ ਚੱਲ ਰਿਹਾ, ਆਪਾਂ ਪੁਰਾਣੀਆਂ ਪੋਸਟਾਂ ਜੋ ਪਿਛਲੇ ਕੁਛ ਟਾਈਮ ਤੋਂ ਚੱਲ ਰਹੀਆਂ ਉਹਨਾਂ ਦੇ ਐਕਸਪੀਰੀਅੰਸ ਮੁਤਾਬਕ, ਜਾਂ ਜਿਨ੍ਹਾਂ ਦਾ ਜਿਵੇਂ ਇਹਨਾਂ ਦਾ ਹੁਣ ਪ੍ਰੋਸੈਸ ਚੱਲ ਰਿਹਾ ਉਸ ਮੁਤਾਬਕ ਅਸੀਂ ਡਿਸਕਸ ਕਰਾਂਗੇ। ਜੋ ਜੁਆਇਨਿੰਗ ਦਾ ਪ੍ਰੋਸੈਸ ਆ ਉਹ ਕਿਸ ਚੀਜ਼ 'ਤੇ ਡਿਪੈਂਡ ਕਰਦਾ, ਇੱਕ ਤਾਂ ਡਿਪੈਂਡ ਕਰਦਾ ਨਿਊ ਪੋਸਟ 'ਤੇ। ਨਿਊ ਪੋਸਟ ਅਗਰ ਤਾਂ ਇਹਨਾਂ ਨੇ ਕੱਢਣੀਆਂ ਨੇ ਤਾਂ ਇਹ ਪ੍ਰੋਸੈਸ ਆ ਜੋ ਬਹੁਤ ਫਾਸਟ ਹੋਏਗਾ। ਤਾਂ ਉਹ ਫਰਵਰੀ ਜਾਂ ਮਾਰਚ ਦੇ ਮਿਡ ਤੋਂ ਪਹਿਲਾਂ ਜੁਆਇਨਿੰਗ ਕਰਵਾ ਦੇਣਗੇ, ਕਿਉਂਕਿ ਜਦ ਇਹਨਾਂ ਨੇ ਜੁਆਇਨਿੰਗ ਕਰਵਾਉਣ ਦਾ ਪ੍ਰੋਸੈਸ ਚੱਲਦਾ ਹੈ ਤਾਂ ਇਹ ਇੰਨੀ ਜਲਦੀ ਕਰਦੇ ਨੇ ਕਿ ਨਾਈਟ ਤੱਕ, ਮਤਲਬ 12 ਵਜੇ ਤੱਕ ਰਾਤ ਦੇ ਵੀ ਸਟੇਸ਼ਨ ਅਲਾਟ ਕਰਦੇ ਨੇ। ਤਾਂ ਪਿਛਲੀ ਵਾਰ ਵੀ ਇਸੇ ਤਰ੍ਹਾਂ ਹੀ ਹੋਇਆ ਸੀ, ਜਦ ਇਹਨਾਂ ਨੇ ਜੁਆਇਨਿੰਗ ਕਰਵਾਈ ਸੀ ਤਾਂ 12-12 ਵਜੇ ਤੱਕ ਕੀ ਕਰਦੇ ਰਹੇ, ਬੱਚਿਆਂ ਨੂੰ ਜੋ ਅਲਾਟਮੈਂਟ ਆ ਸੈਂਟਰ ਦੀ, ਮਤਲਬ ਜੋ ਵੀ ਸਕੂਲ ਹੈ ਉਹ 12 ਵਜੇ ਤੱਕ ਵੀ ਰਾਤ ਨੂੰ ਚੱਲਦੀ ਰਹੀ ਇਹਨਾਂ ਦਾ ਪ੍ਰੋਸੈਸ। ਤਾਂ ਉਹ ਬਹੁਤ ਫਾਸਟ ਚੱਲੇਗਾ ਅਗਰ ਇਹਨਾਂ ਨੇ ਨਿਊ ਪੋਸਟ ਕੱਢਣੀਆਂ ਨੇ। ਸੈਕਿੰਡ 'ਤੇ ਅਗਰ ਨਿਊ ਪੋਸਟ ਇੱਕ ਕੀ ਆ, ਬੱਚਿਆਂ ਨੂੰ ਲੋਲੀਪੋਪ ਹੀ ਦਿੱਤਾ ਗਾ ਕਿ ਨਹੀਂ ਕੱਢਣੀਆਂ, ਤਾਂ ਇੱਕ ਲਾਰਾ ਹੀ ਲਾਇਆ, ਤਾਂ ਫਿਰ ਕੀ ਆ, ਜਿਹੜਾ ਇਹ ਪ੍ਰੋਸੈਸ ਆ ਉਹ ਲੇਟ ਚੱਲੇਗਾ। ਤਾਂ ਇਹ ਵੋਟਾਂ ਦੇ ਨਜ਼ਦੀਕ ਜਾ ਕੇ ਕੰਪਲੀਟ ਕਰਨਗੇ ਸਲੋ, ਜਿਸ ਤਰ੍ਹਾਂ ਕਿਸ ਦਾ ਹੋ ਰਿਹਾ, JEE ਦਾ ਹੋ ਰਿਹਾ ਐਂਡ LDC ਦਾ ਹੋ ਰਿਹਾ। ਤਾਂ LDC ਐਂਡ JEE ਜੋ PSPCL ਵਿੱਚ ਨਿਕਲੀਆਂ ਸੀ ਪੋਸਟਾਂ, ਤਾਂ ਉਹਨਾਂ 'ਤੇ ਵੀ ਇਸੇ ਤਰ੍ਹਾਂ ਹੀ ਕੇਸ ਹੋਇਆ ਸੀਗਾ। ਤਾਂ ਉਹ ਕੇਸ ਆ ਜੋ ਉਸ ਦਾ ਕੀ ਆ, ਸਟੇ ਆ ਗਈ ਸੀ, ਜਿਸ ਤਰ੍ਹਾਂ ETT ਦੀਆਂ ਪੋਸਟਾਂ 'ਤੇ ਸਟੇ ਹੈ। ਤਾਂ ਬੱਚਿਆਂ ਨੇ ਕੀ ਕੀਤਾ, ਉਹ ਸਟੇ ਨੂੰ ਕੀ ਕਰ ਲਿਆ ਸੀ, ਬ੍ਰੇਕ ਕਰ ਲਿਆ ਸੀਗਾ। ਤਾਂ ਕੀ ਆ, ਜੋ ਗੌਰਮੈਂਟ ਨੇ ਕਹਿ ਦਿੱਤਾ ਸੀ ਅਸੀਂ ਪ੍ਰੋਸੈਸ ਆਪਣੇ ਮੁਤਾਬਕ ਹੀ ਚੱਲਾਂਗੇ, ਤਾਂ ਉਹ ਬੱਚਿਆਂ ਦਾ ਕੇਸ ਗੌਰਮੈਂਟ ਕਿੰਨੀ ਰਹਿ ਗਿਆ ਸੀਗਾ। ਪਰ ਕੀ ਕਹਿ ਦਿੱਤਾ ਸੀ ਗੌਰਮੈਂਟ ਨੇ ਕਿ ਅਸੀਂ ਵੀ ਜੁਆਇਨਿੰਗ ਕਰਵਾਵਾਂਗੇ, ਅਤੇ ਕੋਰਟ ਨੇ ਵੀ ਜੋ ਆਰਡਰ ਹੈ ਉਹ ਦੇ ਦਿੱਤੇ ਸੀਗੇ ਕਿ ਤੁਸੀਂ ਜੁਆਇਨਿੰਗ ਕਰਵਾਓ। ਤਾਂ ਉਹ ਕਿਸ ਦੀ ਗੱਲ ਹੈ, ਮਿਡ ਦਸੰਬਰ ਦੀ ਗੱਲ ਹੈ। ਪਰ ਗੌਰਮੈਂਟ ਨੇ ਕੀ ਕੀਤਾ ਸੀਗਾ, ਮਿਡ ਦਸੰਬਰ ਤੱਕ ਕਹਿ ਦਿੱਤਾ ਸੀ ਕਿਸੇ ਨੇ, ਗੌਰਮੈਂਟ ਨੇ ਵੀ ਅਸੀਂ ਜੁਆਇਨਿੰਗ ਕਰਾਂਗੇ, ਕੋਰਟ ਨੇ ਵੀ ਕਹਿ ਦਿੱਤਾ ਸੀ ਤੁਸੀਂ ਜੁਆਇਨਿੰਗ ਕਰਵਾ ਦਿਓ। ਇਕੱਲੇ ਉਹਨਾਂ ਬੱਚਿਆਂ ਨੂੰ ਛੱਡ ਕੇ ਜਿਨ੍ਹਾਂ ਬੱਚਿਆਂ ਦੇ ਰਿਗਾਰਡਿੰਗ ਕੇਸ ਸੀ, ਉਹ 10 ਕੁ ਬੱਚੇ ਸੀਗੇ JEE ਦੇ ਵੀ, ਜਿੱਥੋਂ ਤੱਕ ਮੇਰੀ ਨੌਲੇਜ ਹੈ, ਅਤੇ 50 ਦੇ ਕਰੀਬ ਬੱਚੇ ਸੀਗੇ LDC ਦੇ। ਇਕੱਲੇ ਉਹ ਬੱਚਿਆਂ ਨੂੰ ਛੱਡ ਕੇ ਬਾਕੀ ਜਿਨ੍ਹਾਂ ਦੇ ਅਪਰ ਆ ਰਹੇ ਨੇ ਉਹਨਾਂ ਦੀ ਜੁਆਇਨਿੰਗ ਤਾਂ ਤੁਸੀਂ ਕਰਵਾ ਦਿਓ, ਕੋਰਟ ਨੇ ਵੀ ਕਹਿ ਦਿੱਤਾ ਸੀ
ਤੇ ਗਵਰਨਮੈਂਟ ਨੇ ਵੀ ਕਹਿ ਦਿੱਤਾ ਸੀ ਅਸੀਂ ਜੁਆਇਨਿੰਗ ਕਰਵਾਵਾਂਗੇ, ਪਰ ਹਜੇ ਤੱਕ ਉਹਨਾਂ ਦੀ ਜੁਆਇਨਿੰਗ ਨਹੀਂ ਕਰਾਈ। ਕਿਉਂ ਨਹੀਂ ਕਰਵਾਈ? ਕਿਉਂਕਿ ਵੋਟਾਂ ਦੇ ਨੇੜੇ ਤੱਕ ਵੇਟ ਕਰਨਗੇ, ਵੋਟਾਂ ਦੇ ਨੇੜੇ ਤਾਂ ਲਿਆ ਰਹੇ ਨੇ ਕਿਉਂਕਿ ਇਹਨਾਂ ਨੂੰ ਇਹ ਆ ਵੀ ਜੇ ਅਗਰ ਵੋਟਾਂ ਦੇ ਨੇੜੇ ਜੁਆਇਨਿੰਗ ਹੋਏਗੀ ਤਾਂ ਸਭ ਤੋਂ ਯਾਦ ਰਹੇਗਾ ਕਿ ਅਸੀਂ ਇੰਨੀ ਜੋ ਪੋਸਟਾਂ ਫਿਲ ਕੀਤੀਆਂ, ਇਹ ਕੀਤਾ ਤਾਂ ਸਾਨੂੰ ਬੈਨੀਫਿਟ ਮਿਲੇਗਾ। ਤਾਂ ਇਸ ਕਰਕੇ ਇਹ ਸਾਰਾ ਮਤਲਬ ਗੌਰਮੈਂਟ ਦੀ ਇੱਕ ਪੋਲੀਟਿਕਸ ਹੀ ਹੁੰਦੀ ਆ, ਤਾਂ ਉਸ ਤਰ੍ਹਾਂ ਇਹ ਪ੍ਰੋਸੈਸ ਚਲਾਉਣਗੇ। ਅਗਰ ਪੋਸਟਾਂ ਕੱਢਣੀਆਂ ਨਿਊ ਤਾਂ ਇਹ ਪ੍ਰੋਸੈਸ ਬਹੁਤ ਫਾਸਟ ਹੋਏਗਾ, ਅਗਰ ਪੋਸਟਾਂ ਨਿਊ ਨਹੀਂ ਕੱਢਣੀਆਂ ਤਾਂ ਇਹ ਜਿਹੜਾ ਪ੍ਰੋਸੈਸ ਆ ਉਹ ਕੀ ਹੋਏਗਾ, ਸਲੋ ਹੋਏਗਾ। ਕਿਸ ਦੀ ਤਰ੍ਹਾਂ? ਜਿਸ ਤਰ੍ਹਾਂ JEE ਐਂਡ LDC ਦਾ ਚੱਲ ਰਿਹਾ।